ਹੁਣ ਅਸੀਂ ਕੋਟਲਿਆ ਦੀ ਐਡਮਿਨਿਸਟ੍ਰੇਸ਼ਨ ਦੇ ਮੇਨ ਫੀਚਰਸ ਦੇਖਾਂਗੇ ਤੇ ਮੇਨ ਫੀਚਰਸ ਦੇ ਵਿੱਚ ਪ੍ਰਿੰਸੀਪਲਸ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਤੇ ਆਰਗੇਨਾਈਜੇਸ਼ਨਲ ਮਸ਼ੀਨਰੀ ਦੇਖਾਂਗੇ। ਪ੍ਰਿੰਸੀਪਲਸ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਇਹ ਕੋਟਲਿਆ ਦੇ ਅਰਥ ਸ਼ਾਸਤਰਾਂ ਦੇ ਵਿੱਚ ਸਿੱਧੇ ਤੌਰ ਤੇ ਮੌਜੂਦ ਨਹੀਂ, ਪਰ ਆਪਾਂ ਉਹਦੇ ਕੰਮ ਤੋਂ ਇਨਫਰ ਕਰ ਰਹੇ ਹਾਂ ਵੀ ਉਹ ਇਸ ਤਰ੍ਹਾਂ ਤਰੀਕੇ ਦੇ ਜਿਹੜੇ ਪ੍ਰਿੰਸੀਪਲਸ ਨੇ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਉਹਨਾਂ ਨੂੰ ਆਪਣੇ ਕੰਮ 'ਚ ਅਪਣਾ ਰਿਹਾ ਹੈਗਾ। ਟੇਲਰ, ਫਿਓਲ, ਗੁਲਿਕ, ਉਰਵਿਕ ਇਸ ਤਰੀਕੇ ਦੇ ਜਿਹੜੇ ਕਲਾਸੀਕਲ ਥਿੰਕਰਸ ਨੇ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ, ਇਹਨਾਂ ਨੇ 20ਵੀਂ ਸਦੀ ਦੇ ਵਿੱਚ ਕੁਝ ਪ੍ਰਿੰਸੀਪਲਸ ਦਿੱਤੇ। ਉਸੇ ਤਰੀਕੇ ਦੇ ਪ੍ਰਿੰਸੀਪਲਸ ਆਪਾਂ ਇਨਫਰ ਕਰ ਰਹੇ ਹਾਂ ਉਸਦੇ ਕੰਮ ਤੋਂ, ਜਿਵੇਂ ਕਿ ਡਿਵੀਜ਼ਨ ਆਫ ਵਰਕ। ਕੋਟਲਿਆ ਨੇ ਜਿਹੜਾ ਕੇਂਦਰ ਸਰਕਾਰ ਦਾ ਕੰਮ ਹੈਗਾ ਉਹ 34 ਡਿਪਾਰਟਮੈਂਟਸ ਵੰਡ ਦਿੱਤਾ, ਜਿਵੇਂ ਫਾਈਨੈਂਸ ਡਿਪਾਰਟਮੈਂਟ, ਡਿਪਾਰਟਮੈਂਟ ਆਫ ਮਾਈਨਸ। ਤਾਂ ਡਿਵੀਜ਼ਨ ਆਫ ਵਰਕ ਨਾਲ ਸਪੈਸ਼ਲਾਈਜੇਸ਼ਨ ਆਊ ਤੇ ਉਸ ਵਿਭਾਗ ਦੇ ਵਿੱਚ ਜਿਹੜੇ ਬੰਦੇ ਨੂੰ ਉਸ ਵਿਭਾਗ ਦੀ ਨੌਲੇਜ ਆ ਉਸ ਨੂੰ ਰੱਖਿਆ ਜਾਊ, ਤਾਂ ਨੌਲੇਜ ਬੇਸ ਡਿਪਾਰਟਮੈਂਟਸ ਕ੍ਰੀਏਟ ਕੀਤੇ ਗਏ। ਫਿਰ ਹਾਇਰਾਰਕੀ ਹੁੰਦੀ ਆ ਆਰਡਰਿੰਗ ਆਫ ਥਿੰਗਸ, ਮਤਲਬ ਇੱਕ ਸਟਰਕਚਰ ਆਰਡਰਿੰਗ ਹੈਗੀ ਆ ਵੀ ਕਿਹੜਾ ਪਦ ਕਿਸ ਤੋਂ ਉੱਪਰ ਹੈਗਾ। ਜਿਵੇਂ ਰਾਜਾ ਹੈਗਾ ਸਭ ਤੋਂ ਉੱਪਰ, ਉਸ ਤੋਂ ਥੱਲੇ ਮਹਾਮਤਿਆਸ, ਫਿਰ ਅਮਤਿਆਸ, ਫਿਰ ਨੀਚਲੇ ਪੱਧਰ ਤੇ ਅਧਿਆਕਸ਼। ਤਾਂ ਇਸ ਤਰੀਕੇ ਨਾਲ ਪੂਰੀ ਹਾਇਰਾਰਕੀ ਚੱਲਦੀ ਹੈਗੀ ਆ ਕੋਟਲਿਆ ਦੇ ਅਰਥ ਸ਼ਾਸਤਰਾਂ 'ਚ। ਡਿਫਰੈਂਟ ਲੈਵਲ ਦੇ ਆਫੀਸਰਸ ਦੀ ਜਿਹੜੀ ਪੋਸਟ ਨੇ ਉਹਨਾਂ ਨੂੰ ਡਿਸਕਸ ਕੀਤਾ ਗਿਆ, ਪਰ ਇਹ ਜ਼ਿਆਦਾ ਕਲੀਅਰਲੀ ਮੈਂਸ਼ਨ ਨਹੀਂ ਹੈਗੇ। ਫਿਰ ਯੂਨਿਟੀ ਆਫ ਕਮਾਂਡ, ਇਸ ਦਾ ਮਤਲਬ ਹੁੰਦਾ ਹੈ ਵੀ ਇੱਕ ਬੰਦਾ ਜਿਹੜਾ ਕੰਮ ਕਰ ਰਿਹਾ ਉਹਨੂੰ ਇੱਕ ਹੀ ਸੋਰਸ ਤੋਂ ਆਰਡਰ ਮਿਲੇ। ਕਿੰਗ ਤੋਂ ਹੀ ਆਰਡਰ ਮਿਲ ਰਹੇ ਨੇ ਲੋਅਰ ਲੈਵਲ ਆਫੀਸਰਸ ਨੂੰ, ਫਿਰ ਉਹਨਾਂ ਦੇ ਸਬਆਰਡੀਨੇਟਸ ਉਹ ਆਫੀਸਰਸ ਤੋਂ ਆਰਡਰ ਲੈ ਰਹੇ ਨੇ। ਤਾਂ ਯੂਨਿਟੀ ਆਫ ਕਮਾਂਡ ਆਪਾਂ ਨੂੰ ਕੋਟਲਿਆ ਦੇ ਅਰਥ ਸ਼ਾਸਤਰਾਂ ਦੇ ਵਿੱਚ ਦਿਖਦੀ ਆ। ਸੈਂਟਰਲਾਈਜੇਸ਼ਨ ਦਾ ਪ੍ਰਿੰਸੀਪਲ ਫੋਲੋ ਕੀਤਾ ਗਿਆ ਹੈ, ਜਿੱਥੇ ਸਾਰੀਆਂ ਜਿਹੜੀਆਂ ਪਾਵਰਸ ਨੇ ਉਹ ਕਿੰਗ ਕੋਲ ਨੇ। ਸਾਰੀਆਂ ਲੈਜਿਸਲੇਟਿਵ, ਐਗਜ਼ੀਕਿਊਟਿਵ ਤੇ ਜੁਡੀਸ਼ੀਅਲ ਪਾਵਰਸ ਕਿੰਗ ਕੋਲ ਨੇ, ਤੇ ਉਹ ਸੁਪਰਵਾਈਜ਼ ਕਰ ਰਿਹਾ ਹੈਗਾ ਲੋਅਰ ਲੈਵਲ ਦੇ ਆਫੀਸਰਸ ਨੂੰ। ਤੇ ਕੇਂਦਰ ਸਰਕਾਰ ਦਾ ਸੁਪਰਵਿਜ਼ਨ ਗ੍ਰਾਸ ਰੂਟ ਤੱਕ ਜਾਂਦਾ ਹੈਗਾ ਆਪਣੇ ਆਫੀਸਰਸ ਦੁਆਰਾ, ਜਿਵੇਂ ਰੂਰਲ ਏਰੀਆਸ 'ਚ ਗੋਪਾਸ ਨੇ। ਤੇ ਆਫੀਸ਼ੀਅਲਸ ਨੂੰ ਕੰਸਲਟ ਵੀ ਕੀਤਾ ਜਾਂਦਾ ਹੈ ਲੋਅਰ ਲੈਵਲ ਆਫੀਸ਼ੀਅਲਸ ਨੂੰ, ਪਰ ਪਾਵਰ ਸੈਂਟਰਲਾਈਜ਼ਡ ਹੈ। ਅਥਾਰਟੀ ਤੇ ਰਿਸਪੌਂਸਿਬਿਲਟੀ ਦੀ ਗੱਲ ਕੀਤੀ ਗਈ ਹੈ। ਅਥਾਰਟੀ ਤੇ ਰਿਸਪੌਂਸਿਬਿਲਟੀ ਨਾਲ ਚੱਲਦੀਆਂ ਨੇ। ਰਾਜਾ ਜਿਹੜਾ ਹੈ ਉਹਦੇ ਕੋਲ ਸਾਰੀਆਂ ਸ਼ਕਤੀਆਂ ਨੇ, ਉਸ ਕੋਲ ਅਥਾਰਟੀ ਆ, ਇਸੇ ਕਾਰਨ ਉਹ ਆਪਣੇ ਸਬਜੈਕਟਸ ਦੀ ਹੈਪੀਨੈਸ ਲਈ ਵੀ ਰਿਸਪੌਂਸਿਬਲ ਹੈਗਾ। ਫਿਰ ਅਕਾਊਂਟੇਬਿਲਿਟੀ ਪ੍ਰਿੰਸੀਪਲ ਹੈ। ਅਕਾਊਂਟੇਬਿਲਿਟੀ ਇਨਸ਼ੋਰ ਕਰਨ ਲਈ ਸਪਾਈਸ ਦਾ ਕਾਫੀ ਵਧੀਆ ਸਿਸਟਮ ਹੈਗਾ, ਤਾਂ ਕਿ ਆਫੀਸ਼ੀਅਲਸ ਤੇ ਨਜ਼ਰ ਰੱਖੀ ਜਾਵੇ। ਰਾਜਾ ਦੀ ਇਹ ਡਿਊਟੀ ਹੈਗੀ ਆ ਉਹ ਲੋਕਾਂ ਨੂੰ ਪਨਿਸ਼ ਕਰੇ ਜਿਹੜੇ ਉਹਦੇ ਆਰਡਰਸ ਵਾਇਲੇਟ ਕਰ ਰਹੇ ਨੇ। ਰਾਜਾ ਨੇ ਕੋਈ ਆਰਡਰ ਦਿੱਤਾ, ਉਹਦੀ ਵਾਇਲੇਸ਼ਨ ਹੁੰਦੀ ਹੈ ਤਾਂ ਉਹਨੂੰ ਪਨਿਸ਼ ਕਰਨਾ। ਇਸ ਦਾ ਮਤਲਬ ਅਕਾਊਂਟੇਬਿਲਿਟੀ ਕ੍ਰੀਏਟ ਕਰਨਾ, ਮਤਲਬ ਉਹ ਆਪਣੇ ਜਿਹੜੇ ਕਾਰਜ ਕਰ ਰਹੇ ਨੇ, ਵਾਇਲੇਸ਼ਨ ਹੈਗੀ ਆ ਉਹਦੇ ਲਈ ਆਨਸਰੇਬਲ ਨੇ। ਫਿਰ ਕੋਈ ਆਫੈਂਸ ਕਮਿਟ ਕਰ ਰਿਹਾ ਕੋਈ ਆਫੀਸ਼ੀਅਲ, ਤਾਂ ਉਹਦੀ ਅਕਾਊਂਟੇਬਿਲਿਟੀ ਆ, ਉਹਨੂੰ ਪਨਿਸ਼ ਕੀਤਾ ਜਾ ਸਕਦਾ। ਰਾਜੇ ਦੀ ਵੀ ਆਪਣੀ ਅਕਾਊਂਟੇਬਿਲਿਟੀ ਹੈਗੀ ਆ ਲੋਕਾਂ ਪ੍ਰਤੀ। ਉਹ ਧਰਮ ਸ਼ਾਸਤਰ ਨੇ, ਕੈਨਨਸ ਆਫ ਧਰਮਾ ਫੋਲੋ ਕਰਕੇ ਹੀ ਆਪਣਾ ਰਾਜ ਭਾਗ ਚਲਾ ਸਕਦਾ ਹੈ। ਜੋ ਇਹ ਨਹੀਂ ਕਰਦਾ ਤਾਂ ਲੋਕਾਂ ਕੋਲ ਰਾਈਟ ਟੂ ਕੁਐਸਚਨ ਹੈਗਾ, ਰਾਜੇ ਨੂੰ ਪੁੱਛ ਮਤਲਬ ਪੁੱਛਣਾ ਇੱਥੇ ਇਹ ਮਤਲਬ ਨਹੀਂ ਹੈਗਾ ਵੀ ਕੁਐਸਚਨਿੰਗ ਹੋ ਰਹੀ ਆ। ਲੋਕ ਸਵਾਲ ਖੜਾ ਕਰ ਸਕਦੇ ਨੇ ਰਾਜੇ ਤੇ ਰਿਬੈਲੀਅਨ ਤੇ ਵੀ ਉਤਰ ਆ ਸਕਦੇ ਨੇ। ਇਹ ਕੋਟਲਿਆ ਦੇ ਅਰਥ ਸ਼ਾਸਤਰਾਂ ਦੇ ਵਿੱਚ ਮੈਂਸ਼ਨ ਹੈ। ਫਿਰ ਆਫੀਸ਼ੀਅਲਸ ਕੋਈ ਵੀ ਐਡਮਿਨਿਸਟ੍ਰੇਟਿਵ ਲੈਪਸਿਸ ਲਈ ਅਕਾਊਂਟੇਬਲ ਨੇ, ਮਿਸਬੀਹੇਵੀਅਰ ਕਰਦੇ ਨੇ ਉਹ ਕਿਸੇ ਨਾਲ, ਕੁਝ ਛੁਪਾਉਣ ਦੀ ਕੋਸ਼ਿਸ਼ ਕਰਦੇ ਨੇ ਕਿਸੇ ਮਰਚੈਂਟ ਦਾ, ਫੇਲੀਅਰ ਹੈਗਾ। ਫਿਰ ਇੰਸ਼ੋਰ ਕਰਨਾ ਕਈ ਸਾਰੇ ਆਫੀਸਰਸ ਦਾ ਕੰਮ ਹੈਗਾ, ਜੇ ਉਹ ਫੇਲ ਹੋ ਜਾਂਦੇ ਨੇ ਤਾਂ ਉਹ ਅਕਾਊਂਟੇਬਲ ਨੇ ਵੀ ਇਹ ਜਿਹੜਾ ਸੇਫਟੀ ਆਫ ਟਰੈਵਲਰਸ ਹੈ ਕਿਉਂ ਨਹੀਂ ਇੰਸ਼ੋਰ ਹੋਈ। ਇਸ ਤਰੀਕੇ ਦੇ ਸਵਾਲ ਪੁੱਛੇ ਜਾ ਸਕਦੇ ਨੇ। ਜਿਹੜਾ ਹੈਡ ਆਫ ਦਾ ਡਿਪਾਰਟਮੈਂਟ ਆ, ਉਹਦੇ ਡਿਪਾਰਟਮੈਂਟ 'ਚ ਜੇ ਰੂਲਸ ਐਂਡ ਰੈਗੂਲੇਸ਼ਨਸ ਦੀ ਕੰਟਰਾਵੈਂਸ਼ਨ ਹੁੰਦੀ ਆ, ਮਤਲਬ ਫੋਲੋ ਨਹੀਂ ਹੁੰਦੇ, ਉਸਦੇ ਲਈ ਵੀ ਉਹ ਅਕਾਊਂਟੇਬਲ ਹੈਗਾ। ਪ੍ਰੀਸੀਡੈਂਸ ਆਫ ਆਰਗੇਨਾਈਜੇਸ਼ਨਲ ਇੰਟਰਸਟ ਓਵਰ ਇੰਡੀਵਿਜੂਅਲ, ਇਹ ਫਿਓਲ ਦਾ ਇੱਕ ਫੇਮਸ ਪ੍ਰਿੰਸੀਪਲ ਹੈ ਵੀ ਆਪਣੇ ਆਰਗੇਨਾਈਜੇਸ਼ਨਲ ਇੰਟਰਸਟ ਨੂੰ ਉਸ ਹਮੇਸ਼ਾ ਉੱਪਰ ਰੱਖੋ ਇੰਡੀਵਿਜੂਅਲ ਇੰਟਰਸਟ ਤੋਂ। ਇੱਥੇ ਵੀ ਜਿਹੜੇ ਆਫੀਸ਼ੀਅਲਸ ਨੇ ਇਹ ਲੋਅਰ ਰਹਿਣਗੇ ਕਿੰਗ ਤੇ ਕਿੰਗਡਮ ਦੇ ਪ੍ਰਤੀ, ਮਤਲਬ ਉਹ ਪਰਸਨਲ ਇੰਟਰਸਟ ਨਹੀਂ ਦੇਖਣਗੇ, ਉਹ ਰਾਸ਼ਟਰ ਦਾ ਹਿੱਤ ਦੇਖਣਗੇ। ਡਿਸਿਪਲਿਨ, ਆਬਜ਼ਰਵੈਂਸ, ਜਿਹੜਾ ਕੰਪਲਾਇੰਸ ਹੈਗਾ ਉਹ ਆਰਡਰ ਤੇ ਰੂਲਸ ਦਾ ਕਰਨਾ ਹੀ ਪਊਗਾ ਹਰੇਕ ਆਫੀਸਰਸ ਨੂੰ। ਜਿਹੜੇ ਵੀ ਰਾਜਾ ਬਣਾਉਂਦਾ ਹੈਗਾ, ਰਾਜਾ ਨੇ ਕੋਈ ਰੂਲ ਇਨੈਕਟ ਕੀਤਾ ਹੈਗਾ ਉਹਨੂੰ
ਆਫੀਸ਼ੀਅਲਸ ਨੂੰ ਇੰਪਲੀਮੈਂਟ ਕਰਨਾ ਪੈਂਦਾ ਹੈ। ਜੇ ਉਹ ਵਾਇਲੇਟ ਕਰਦੇ ਨੇ ਤਾਂ ਉਹਦੇ ਲਈ ਪਨਿਸ਼ਮੈਂਟ ਪ੍ਰਿਸਕ੍ਰਾਈਬ ਕੀਤੀ ਗਈ ਹੈ ਅਰਥ ਸ਼ਾਸਤਰਾਂ ਦੇ ਵਿੱਚ। ਤਾਂ ਡਿਸਿਪਲਿਨ ਦਾ ਪ੍ਰਿੰਸੀਪਲ ਵੀ ਫੋਲੋ ਹੋ ਰਿਹਾ। ਉਸ ਤੋਂ ਬਾਅਦ ਕੋਆਰਡੀਨੇਸ਼ਨ ਦੀ ਗੱਲ ਕੀਤੀ ਗਈ ਹੈ। ਕੋਆਰਡੀਨੇਸ਼ਨ ਹੁੰਦਾ ਇੰਟੀਗ੍ਰੇਸ਼ਨ ਆਫ ਐਫਰਟਸ, ਮਤਲਬ ਬਹੁਤ ਸਾਰੀਆਂ ਚੀਜ਼ਾਂ ਨੂੰ ਇਕੱਠੇ ਲੈ ਕੇ ਆਪਾਂ ਆਪਣੇ ਗੋਲ ਵੱਲ ਵਧ ਰਹੇ ਹੈਗੇ ਆ ਕੋਆਰਡੀਨੇਸ਼ਨ ਕਰਕੇ, ਵੀ ਉਹ ਇੱਕ ਦੂਸਰੇ ਦੇ ਅਗੇਂਸਟ ਨਾ ਚੱਲਣ, ਇਕੱਠੀਆਂ ਜਾ ਕੇ ਸਗੋਂ ਆਪਣਾ ਗੋਲ ਅਚੀਵ ਕਰਨ। ਇੱਥੇ ਕੀ ਆ, ਜਿਹੜਾ ਕਿੰਗ ਆ ਉਹ ਚੀਫ ਕੋਆਰਡੀਨੇਟਰ ਆ, ਤੇ ਕੌਟਲਿਆ ਨੇ ਇੱਕ ਜਗ੍ਹਾ ਇਹ ਵੀ ਲਿਖਿਆ, ਵਨ ਵੀਲ ਅਲੋਨ ਡਸ ਨਾਟ ਟਰਨ ਐਂਡ ਕੀਪ ਦਾ ਕਾਰਟ ਇਨ ਮੋਸ਼ਨ। ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਜ਼ਰੂਰੀ ਆ, ਜਿਹੜੇ ਵੀ 7 ਕੰਪੋਨੈਂਟਸ ਨੇ ਸਟੇਟਸ ਦੇ। ਉਸ ਤੋਂ ਬਾਅਦ ਰਾਜਾ ਦੀ ਕੋਆਰਡੀਨੇਸ਼ਨ ਕਿਤੇ ਹੋਰ ਵੀ ਹੈ, ਜਿਹੜੇ ਆਫੀਸ਼ੀਅਲਸ ਨੇ ਉਹਨਾਂ ਨੂੰ ਕੋਆਰਡੀਨੇਟ ਕਰਨਾ ਹੈਗਾ। ਉਹ ਜਿਹੜੇ 34 ਡਿਪਾਰਟਮੈਂਟਸ ਨੇ ਉਹਦਾ ਸੁਪਰਵਿਜ਼ਨ ਆ, ਫਾਈਨਲ ਡਿਸੀਜਨ ਰਾਜੇ ਦਾ। ਲੀਡਰਸ਼ਿਪ ਦੀ ਗੱਲ ਕੀਤੀ ਗਈ ਹੈ ਕਾਫੀ ਡਿਟੇਲ। ਉਦੋਂ ਦਾ ਇੱਕ ਕਨਸੈਪਟ ਸੀਗਾ ਯਥਾ ਰਾਜਾ ਤਥਾ ਪ੍ਰਜਾ, ਮਤਲਬ ਜਿਵੇਂ ਦਾ ਰਾਜਾ ਹੁੰਦਾ ਉਵੇਂ ਦੇ ਸਿਟੀਜ਼ਨਸ ਹੁੰਦੇ ਨੇ, ਉਹਨੂੰ ਫੋਲੋ ਕਰਦੇ ਨੇ, ਕਿਉਂਕਿ ਜਿਹੜਾ ਰਾਜਾ ਉਹ ਲੀਡਰ ਵੀ ਹੁੰਦਾ। ਤੇ ਇੱਕ ਵਧੀਆ ਲੀਡਰ ਦੀ ਡੈਫੀਨੇਸ਼ਨ ਵੀ ਦਿੱਤੀ ਗਈ ਆ, ਜਿਹੜਾ ਆਪਣੇ ਲੋਕਾਂ ਦਾ ਜਿਹੜਾ ਇੰਟਰਸਟ ਆ ਉਹਨੂੰ ਉੱਪਰ ਰੱਖੇ ਆਪਣੇ ਪਰਸਨਲ ਇੰਟਰਸਟ ਨਾਲ। ਤੇ ਰਾਜੇ ਨੂੰ ਇਹ ਹਿਦਾਇਤ ਵੀ ਦਿੱਤੀ ਗਈ ਹੈ। ਇਹ ਜਿਹੜਾ ਕਨਸੈਪਟ ਆ, ਇਹ ਰਾਜ ਰਿਸ਼ੀ ਦਾ ਕਨਸੈਪਟ ਦਿੱਤਾ ਸੀਗਾ ਕੌਟਲਿਆ ਨੇ। ਇਹ ਪਲੇਟੋਸ ਦੇ ਫਿਲਾਸਫਰ ਕਿੰਗ ਦੇ ਨੇੜੇ, ਮਤਲਬ ਇਹ ਆਈਡਲ ਕਿੰਗ ਹੈ। ਇਹ ਕਿੰਗ ਉਸ ਤਰੀਕੇ ਦਾ ਰਾਜਾ ਨਹੀਂ ਹੈ ਵੀ ਆਪਣੀ ਪਰਸਨਲ ਇੰਟਰਸਟ ਲਈ, ਆਪਣੇ ਲੈਜਰ ਲਈ ਕੰਮ ਕਰਦਾ ਰਹੂਗਾ। ਉਹ ਲੋਕਾਂ ਦੇ ਹਿੱਤ ਬਾਰੇ ਵੀ ਸੋਚੂਗਾ। ਜਿਵੇਂ ਫਿਲਾਸਫਰਸ ਹੁੰਦੇ ਨੇ ਤਾਂ ਉਹ ਫਿਲਾਸਫੀਕਲ ਐਥੀਕਲ ਗੱਲਾਂ ਕਰੂਗਾ ਲੋਕਾਂ ਪ੍ਰਤੀ, ਉਹਨਾਂ ਦੇ ਵੈਲਫੇਅਰ ਦੇ ਪ੍ਰਤੀ ਉਸ ਤਰੀਕੇ ਦੀਆਂ ਗੱਲਾਂ ਕਰੂਗਾ। ਤਾਂ ਲੀਡਰਸ਼ਿਪ ਇਹ ਕਹਿ ਰਿਹਾ ਵੀ ਫਿਲਾਸਫਰ ਕਿੰਗ ਜਿਵੇਂ ਪਲੇਟੋ ਨੇ ਦਿੱਤਾ ਸੀ, ਰਾਜ ਰਿਸ਼ੀ ਦਾ ਕਨਸੈਪਟ ਦੇ ਰਿਹਾ, ਰਿਸ਼ੀ ਦੀ ਤਰ੍ਹਾਂ ਆਪਣੇ ਲੋਕਾਂ ਦਾ ਧਿਆਨ ਰੱਖ ਰਿਹਾ ਹੈਗਾ। ਉਹਦੇ ਦਿਲ 'ਚ ਗਰੀਡ, ਲਸਟ ਇਸ ਤਰੀਕੇ ਦੀਆਂ ਚੀਜ਼ਾਂ ਨਹੀਂ ਹੈਗੀਆਂ। ਉਹਦੇ ਦਿਮਾਗ 'ਚ ਸਿਰਫ ਇਹ ਆ ਵੀ ਲੋਕਾਂ ਦਾ ਹਿੱਤ ਕਿਵੇਂ ਉੱਪਰ ਲੈ ਕੇ ਆਉਣਾ। ਸੁਪਰਵਿਜ਼ਨ ਐਂਡ ਕੰਟਰੋਲ, ਸੁਪਰਵਿਜ਼ਨ ਤੇ ਕੰਟਰੋਲ ਤਾਂ ਹੈਗਾ ਰਾਜੇ ਦਾ, ਲੋਅਰ ਲੈਵਲ ਆਫੀਸਰ ਦਾ। ਫਿਰ ਜਿਹੜੇ ਹਾਇਰ ਲੈਵਲ ਆਫੀਸਰਸ ਨੇ ਉਹਨਾਂ ਦਾ ਲੋਅਰ ਲੈਵਲ ਆਫੀਸਰਸ ਤੇ ਹੈਗਾ। ਇਸ ਤਰੀਕੇ ਨਾਲ ਪੂਰੀ ਹਾਇਰਾਰਕੀ ਚੱਲ ਰਹੀ ਹੈ। ਸੁਪਰਵਿਜ਼ਨ ਹੁੰਦਾ ਜਦੋਂ ਉੱਪਰਲਾ ਆਫੀਸਰਸ ਨੀਚਲੇ ਆਫੀਸਰਸ ਨੂੰ ਕੰਟਰੋਲ ਕਰ ਰਿਹਾ, ਉਹਨਾਂ ਦੇ ਕੰਮ ਨੂੰ ਸੁਪਰਵਾਈਜ਼ ਕਰ ਰਿਹਾ ਵੀ ਉਹ ਠੀਕ ਕਰ ਰਹੇ ਨੇ ਜਾਂ ਨਹੀਂ। ਤਾਂ ਅਕਾਊਂਟੇਬਿਲਟੀ ਦਾ ਪ੍ਰੋਵੀਜ਼ਨ ਹੈਗਾ, ਉਹਦੇ ਨਾਲ ਸੁਪਰਵਿਜ਼ਨ ਇਨਸ਼ੋਰ ਹੁੰਦਾ ਕੋਈ ਗਲਤੀ ਨਾ ਕਰੇ। ਵੈਲਿਊ ਬੇਸਡ ਐਡਮਿਨਿਸਟ੍ਰੇਸ਼ਨ ਆ, ਹਾਇਰਾਰਕੀ ਆ ਪੂਰੀ ਆਫੀਸਰਸ ਦੀ। ਅਕਾਊਂਟ ਬੁੱਕਸ ਲਿਆਉਣ ਲਈ ਕਿਹਾ ਗਿਆ, ਜਿਹੜੇ ਅਕਾਊਂਟੈਂਟਸ ਨੇ ਜਦੋਂ ਵੀ ਉਹਨਾਂ ਤੋਂ ਅਕਾਊਂਟ ਬੁੱਕਸ ਮੰਗਾਈਆਂ ਜਾਂਦੀਆਂ ਨੇ ਉਹ ਲਿਆ ਸਕਣ। ਤਾਂ ਇਸ ਤਰੀਕੇ ਨਾਲ ਸੁਪਰਵਿਜ਼ਨ ਤੇ ਕੰਟਰੋਲ ਕਾਇਮ ਕੀਤਾ ਗਿਆ ਹੈਗਾ ਕੌਟਲਿਆ ਦੇ ਅਰਥ ਸ਼ਾਸਤਰ ਦੇ ਵਿੱਚ। ਜਿਹੜਾ ਵੀ ਕਿੰਗਡਮ ਮੈਂਸ਼ਨ ਹੈਗਾ ਵੀ ਇਸ ਤਰੀਕੇ ਨਾਲ ਰਾਜ ਭਾਗ ਚੱਲਣਾ ਚਾਹੀਦਾ। ਉਸ ਤੋਂ ਬਾਅਦ ਆਰਗੇਨਾਈਜੇਸ਼ਨਲ ਸਟਰਕਚਰ ਹੈਗਾ ਐਡਮਿਨਿਸਟ੍ਰੇਟਿਵ ਮਸ਼ੀਨਰੀ ਦਾ, ਜਿਹਦੇ ਵਿੱਚ ਰਾਜਾ ਸਭ ਤੋਂ ਉੱਪਰ ਹੈ, ਸਾਰੀਆਂ ਪਾਵਰਸ ਉਸਦੇ ਕੋਲ ਨੇ, ਪਰ ਉਹ ਡਿਊਟੀ ਬਾਉਂਡ ਆ, ਉਹਨੇ ਧਰਮ ਸ਼ਾਸਤਰ ਨੂੰ ਫੋਲੋ ਕਰਨਾ, ਅਦਰਵਾਈਜ਼ ਰਿਬੈਲੀਅਨ ਹੋ ਜੂਗੀ। ਉਹਦੀਆਂ ਕੁਝ ਕੁਆਲਿਟੀਜ਼ ਦਿੱਤੀਆਂ ਗਈਆਂ ਨੇ ਵੀ ਰਾਜਾ ਕਿਸ ਤਰੀਕੇ ਦਾ ਹੋਵੇ, ਗਰੀਡ ਤੋਂ ਦੂਰ ਹੋਵੇ, ਐਰੋਗੈਂਸ ਨਾ ਹੋਵੇ, ਉਹ 'ਚ ਗੁੱਸਾ ਨਾ ਹੋਵੇ, ਲਸਟ ਨਾ ਹੋਵੇ, ਤੇ ਉਹ ਆਪਣੇ ਸਬਜੈਕਟਸ ਦੀ ਵੈਲਬੀਇੰਗ ਬਾਰੇ ਸੋਚਦਾ ਰਹੇ। ਜਿੰਨੇ ਵੀ ਮਿਨਿਸਟਰਸ ਨੇ ਉਹ ਰਾਜੇ ਨੂੰ ਅਕਾਊਂਟੇਬਲ ਨੇ, ਇੰਡੀਵਿਜੂਅਲੀ ਵੀ ਤੇ ਕਲੈਕਟਿਵਲੀ, ਮਤਲਬ ਸਾਰੇ ਇਕੱਠੇ ਵੀ ਅਕਾਊਂਟੇਬਲ ਨੇ ਐਜ਼ ਅ ਕਾਉਂਸਲ ਆਫ ਮਿਨਿਸਟਰ, ਪਰ ਇੰਡੀਵਿਜੂਅਲੀ ਵੀ ਅਕਾਊਂਟੇਬਲ ਨੇ, ਕੱਲਾ ਮੰਤਰੀ ਆਪਣੇ ਡਿਪਾਰਟਮੈਂਟ ਦੇ ਕੰਮ ਲਈ। ਉਸ ਤੋਂ ਬਾਅਦ ਬੇਸਿਸ ਆਫ ਆਰਗੇਨਾਈਜੇਸ਼ਨ ਔਰ ਡਿਪਾਰਟਮੈਂਟ, ਜਿਹੜੇ ਡਿਪਾਰਟਮੈਂਟ ਨੇ ਉਹਨਾਂ ਦੇ ਕੁਝ ਬੇਸਿਸ ਨੇ ਆਰਗੇਨਾਈਜ਼ ਕਰਨ ਦੇ, ਪੀਪਲ, ਪ੍ਰੋਸੈਸ ਤੇ ਪਰਪਸ। ਇਹ ਮਾਡਰਨ ਜਿਹੜੇ ਕਨਸੈਪਟ ਨੇ 20th ਸੈਂਚੁਰੀ 'ਚ ਆਏ, ਉਸ ਤਰੀਕੇ ਨਾਲ ਹੀ ਡਿਪਾਰਟਮੈਂਟ ਆਰਗੇਨਾਈਜ਼ ਕੀਤੇ ਗਏ। ਕਿਉਂਕਿ ਜਿਹੜੇ 34 ਡਿਪਾਰਟਮੈਂਟਸ ਨੇ ਉਹ ਕਿਸ ਤਰੀਕੇ ਨਾਲ ਆਰਗੇਨਾਈਜ਼ਡ ਨੇ। ਡਿਪਾਰਟਮੈਂਟ ਆਫ ਪ੍ਰੋਸਟੀਟਿਊਟਸ ਇੱਕ ਸਪੈਸੀਫਿਕ ਵਰਗ, ਲੋਕਾਂ ਦੇ ਵਰਗ ਦਾ ਧਿਆਨ ਰੱਖ ਰਿਹਾ ਹੈਗਾ, ਤਾਂ ਉਹ ਪੀਪਲ ਬੇਸਡ ਆਰਗੇਨਾਈਜੇਸ਼ਨ ਆ। ਫਿਰ ਡਿਪਾਰਟਮੈਂਟ ਆਫ ਡਿਫੈਂਸ, ਇਹ ਇੱਕ ਪਰਪਸ ਆ। ਡਿਪਾਰਟਮੈਂਟ ਆਫ ਰੈਵਨਿਊ, ਇਹ ਰੈਵਨਿਊ ਕਲੈਕਸ਼ਨ ਦਾ ਇਹ ਇੱਕ ਪ੍ਰੋਸੈਸ ਆ। ਤਾਂ ਪੀਪਲ, ਪ੍ਰੋਸੈਸ, ਪਰਪਸ, ਇਹ ਜਿਹੜੇ ਬੇਸਿਸ ਆਫ ਆਰਗੇਨਾਈਜੇਸ਼ਨ ਨੇ, ਇਹਨਾਂ ਨੂੰ ਫੋਲੋ ਕਰਕੇ ਡਿਪਾਰਟਮੈਂਟਸ ਬਣਾਏ ਗਏ ਨੇ। ਫਿਰ ਹਰੇਕ ਡਿਪਾਰਟਮੈਂਟਸ ਦੇ ਵਿੱਚ ਸੁਪਰਿੰਟੈਂਡੈਂਟਸ ਨੇ, ਅਧਿਕਸ਼ਾਸ ਨੇ, ਉਹ ਇਹਨਾਂ ਡਿਪਾਰਟਮੈਂਟਸ ਨੂੰ ਮੈਨੇਜ ਕਰ ਰਹੇ ਨੇ ਤੇ ਹੈਡ ਕਰ ਰਹੇ ਨੇ।